ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਰਲਡ ਵਾਈਡ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਮਨਵਿੰਦਰ ਕੌਰ। ਵੇਖ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ। ਸਿਟੀ ਕੌਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ ਵੇ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਵਿਚਾਰ ਚਰਚਾ ਛਿੜੀ ਗਈ ਹੈ। ਹਾਊਸਿੰਗ ਡਿਜ਼ਾਈਨਿੰਗ ਵਿੱਚ ਨੁਕਸ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਇਸ ਸਬੰਧ ਵਿੱਚ ਪਿੱਛੇ ਜਿਹੇ ਵਾਇਰਲ ਹੋਏ ਵੀਡੀਓ ਦੇ ਸਬੰਧ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਗਿਆ। ਡੌਨ ਵੈਲੀ ਪਾਰਕਵੇ ਤੇ ਡੌਨ ਮਿਲਜ਼ ਵਿੱਚ ਇੱਕ ਕਾਰ ਦੇ ਗਾਰਡ ਰੇਲ ਤੋੜ ਕੇ ਖੱਡ ਵਿੱਚ ਡਿੱਗਣ ਜਾਣ ਨਾਲ 2 ਵਿਅਕਤੀ ਜ਼ਖਮੀ ਹੋਏ ਨੇ। ਇਹ ਹਾਦਸਾ ਅੱਜ ਦੁਪਹਿਰੇ 1 ਵਜੇ ਬੇਬੀਓ ਦੇ ਉੱਤਰ ਅਤੇ ਬਲੂਅਰ ਸਟਰੀਟ ਦੇ ਐਗਜ਼ਿਟ ਉੱਤੇ ਵਾਪਰਿਆ। ਡਾਕਟਰ ਥੈਰੇਸਾ ਨੇ CPHO ਦੀ ਸਾਲਾਨਾ ਰਿਪੋਰਟ ਕੀਤੀ ਜਾਰੀ। ਰਿਪੋਰਟ ਦੇ ਵਿੱਚ ਉਹਨਾਂ ਵੱਲੋਂ ਜਨਤਕ ਸਿਹਤ ਦੀ ਸਥਿਤੀ ਬਾਰੇ ਸੌਂਪੇ ਗਏ ਦਸਤਾਵੇਜ਼। 21 ਸਾਲਾ ਪੰਜਾਬੀ ਨੌਜਵਾਨ ਗੁਰਕਿਰਤ ਸਿੰਘ ਤੁਰ ਵਿਰੁੱਧ ਇੱਕ ਡਰਾਈਵਰ ਤੇ ਪਿਸਤੌਲ ਤਾਣ ਲੈਣ ਦੇ ਦੋਸ਼ ਵਿੱਚ ਕੀਤਾ ਗਿਆ ਗ੍ਰਿਫਤਾਰ। ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਹੋਇਆ ਫਰਾਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਿਟੀ ਕਾਉਂਸਲ ਦੀ ਮੀਟਿੰਗ ਵਿੱਚ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਡਰਾਈਵ ਵੇ ਡਿਜ਼ਾਈਨ ਪਾਲਿਸੀ ਦੇ ਸਬੰਧ ਵਿੱਚ ਵਿਚਾਰ ਚਰਚਾ ਛੇੜੀ ਗਈ ਹੈ। ਸਥਾਨਕ ਰੈਜ਼ੀਡੈਂਟਸ ਵੱਲੋਂ ਡਰਾਈਵ ਵੇ ਤੇ ਹਾਊਸਿੰਗ ਡਿਜ਼ਾਈਨਿੰਗ ਵਿੱਚ ਨੁਕਸ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੇ ਇਸ ਸਬੰਧ ਵਿੱਚ ਪਿੱਛੇ ਜਿਹੇ ਵਾਇਰਲ ਹੋਏ ਵੀਡੀਓ ਦੇ ਸਬੰਧ ਵਿੱਚ ਇੱਕ ਵਿਚਾਰ ਵਟਾਂਦਰਾ ਕੀਤਾ ਗਿਆ। ਕਾਉਂਸਲਰ ਢਿੱਲੋਂ ਵੱਲੋਂ ਕੀਤੇ ਗਏ ਸਵਾਲਾਂ ਦੌਰਾਨ ਸਿਟੀ ਸਟਾਫ ਵੱਲੋਂ ਇਹ ਪਾਇਆ ਗਿਆ ਕਿ ਜਿਸ ਡਰਾਈਵਵੇ ਦੀ ਵੀਡੀਓ ਵਾਇਰਲ ਹੋਈ ਹੈ ਉਹ ਉਸ ਪਾਇਲਟ ਪ੍ਰੋਜੈਕਟ ਦਾ ਹਿੱਸਾ ਸੀ ਜਿਸ ਨੂੰ 2013 ਵਿੱਚ ਪਿਛਲੀ ਕਾਉਂਸਲ ਵੱਲੋਂ ਪਾਸ ਕੀਤਾ ਗਿਆ ਸੀ। ਇਹ ਵੀ ਪਾਇਆ ਗਿਆ ਕਿ ਇਹ ਖਾਸ ਡਿਜ਼ਾਈਨ ਆਪਸ਼ਨਲ ਸੀ ਤੇ ਘਰ ਦੇ ਅਸਲ ਮਾਲਕਾਂ ਵੱਲੋਂ ਇਸ ਲਈ ਸਹਿਮਤੀ ਦਿੱਤੀ ਗਈ ਸੀ। ਸਿਟੀ ਆਫ ਬਰੈਂਪਟਨ ਦੀ ਮੌਜੂਦਾ ਪਾਲਿਸੀ ਆਖਦੀ ਹੈ ਕਿ ਗੈਰਾਜ ਡੋਰ ਤੋਂ ਪ੍ਰਾਪਰਟੀ ਲਾਈਨ ਤੱਕ ਡਰਾਈਵਵੇ ਦੀ ਲੰਬਾਈ ਘੱਟੋ-ਘੱਟ 55 ਮੀਟਰ ਹੋਣੀ ਚਾਹੀਦੀ ਹੈ। ਹਾਲਾਂਕਿ ਪਿਛਲੇ ਸਾਲਾਂ ਵਿੱਚ ਬਰੈਂਪਟਨ ਰੈਜ਼ੀਡੈਂਸ਼ੀਅਲ ਲੋਟ ਤੇ ਡਰਾਈਵਵੇ ਸਾਈਜ਼ ਵਿੱਚ ਕਾਫੀ ਕਮੀ ਆਈ ਹੈ, ਜਦਕਿ ਬੋਲੀਵਿਆਰਡ ਦੇ ਸਾਈਜ਼ਸ ਵਿੱਚ ਵਾਧਾ ਹੋਇਆ। ਸਿਟੀ ਸਟਾਫ ਦਾ ਕਹਿਣਾ ਹੈ ਕਿ ਅੰਡਰਗਰਾਉਂਡ ਸਿਟੀ ਇਨਫਰਾਸਟ੍ਰਕਚਰ ਮੁਕੰਮਲ ਤੌਰ ਤੇ ਉੱਤੇ ਸਿਟੀ ਦੀ ਮਲਕੀਅਤ ਵਾਲੇ ਬੋਲੀਵਿਆਰਡ ਵਿੱਚ ਹੀ ਰਹੇਗਾ। ਫਿਰ ਵੀ ਸਥਾਨਕ ਰੈਜ਼ੀਡੈਂਟਸ ਇਸ ਤੋਂ ਪਰੇਸ਼ਾਨ ਨੇ। ਕਾਉਂਸਲਰ ਢਿੱਲੋਂ ਨੇ ਆਖਿਆ ਕਿ ਹਾਲਾਂਕਿ ਮੌਜੂਦਾ ਡਿਵੈਲਪਮੈਂਟਸ ਉਹਨਾਂ ਦੇ ਤੇ ਉਹਨਾਂ ਦੇ ਕੁਲੀਗਸ ਦੇ ਕਾਰਜਕਾਲ ਤੋਂ ਪਹਿਲਾਂ ਹੀ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਸਨ। ਲੇਬਰ ਮੰਤਰਾਲੇ ਵੱਲੋਂ ਮਾਸਕ ਨਾ ਪਾਉਣ ਵਾਲੇ ਟੋਰਾਂਟੋ ਦੇ ਕੈਥੋਲਿਕ ਟੀਚਰ ਨੂੰ ਚਾਰਜ ਕਰਨ ਦੀ ਖਬਰ ਤੋਂ ਸਿੱਖਿਆ ਮੰਤਰੀ ਸਟੀਫਨ ਲੀਚੇ ਬਿਲਕੁਲ ਵੀ ਖੁਸ਼ ਨਹੀਂ ਹੈ। ਉਹਨਾਂ ਨੇ ਕਹਿਣਾ ਹੈ ਕਿ ਜੇਕਰ ਅਧਿਆਪਕ ਹੀ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਕਿਵੇਂ ਚੱਲੇਗਾ। ਉਹਨਾਂ ਆਖਿਆ ਕਿ ਚੀਫ ਮੈਡੀਕਲ ਆਫੀਸਰ ਤੇ ਲੋਕਲ ਪਬਲਿਕ ਹੈਲਥ ਵੱਲੋਂ ਕਾਇਮ ਕੀਤੀਆਂ ਗਈਆਂ ਪ੍ਰੋਟੋਕਾਲਸ ਦੀ ਪਾਲਣਾ ਕਰਨ ਵਿੱਚ ਕੀਤੀ ਜਾਣ ਵਾਲੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਇਹ ਮਿਊਜ਼ਿਕ ਟੀਚਰ COVID-19 ਪੋਜ਼ਿਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸੇਂਟ ਚਾਰਲਸ ਕੈਥੋਲਿਕ ਸਕੂਲ ਨੂੰ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ। ਲੀਚੇ ਦਾ ਕਹਿਣਾ ਹੈ ਕਿ ਅਸੀਂ ਸਕੂਲਾਂ ਨੂੰ ਉਸ ਸੂਰਤ ਵਿੱਚ ਹੀ ਖੁੱਲ੍ਹਾ ਰੱਖ ਸਕਦੇ ਹਾਂ ਜੇ ਸਾਰੇ ਹੀ ਨਿਯਮਾਂ ਦੀ ਪਾਲਣਾ ਕਰਨ। ਲੇਬਰ ਮੰਤਰੀ ਮੌਂਟੀ ਮੈਕਨੋਟਨ ਨੇ ਕਿਹਾ ਕਿ ਇਹ ਮਾਮਲਾ ਕਾਫੀ ਚਿੰਤਾਜਨਕ ਹੈ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਸਾਰਿਆਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਤੁਹਾਡੇ EMPLOYER ਵੱਲੋਂ PPE ਤੇ ਮਾਸਕ ਪਾਉਣ ਲਈ ਆਖਿਆ ਜਾਂਦਾ ਹੈ ਤਾਂ ਉਸ ਨੂੰ ਜ਼ਰੂਰ ਪਾਓ। ਅਤੇ ਮੈਕਨੋਟਨ ਨੇ ਇਹ ਵੀ ਆਖਿਆ ਕਿ ਲੇਬਰ ਮੰਤਰਾਲੇ ਵੱਲੋਂ ਮਹਾਮਾਰੀ ਦੌਰਾਨ 25,000 ਮਾਮਲਿਆਂ ਦੀ ਜਾਂਚ ਤੋਂ ਬਾਅਦ 22,000 ਆਰਡਰਜ਼ ਜਾਰੀ ਕੀਤੇ ਗਏ ਨੇ। ਵਧਦੀ ਅਗਲੀ ਖਬਰ ਵੱਲ। ਡੌਨ ਵੈਲੀ ਪਾਰਕਵੇ ਤੇ ਡੌਨ ਮਿਲਜ਼ ਵਿੱਚ ਇੱਕ ਕਾਰ ਦੇ ਗਾਰਡਰੇਲ ਤੋੜ ਕੇ ਖੱਡ ਵਿੱਚ ਡਿੱਗ ਜਾਣ ਨਾਲ 2 ਵਿਅਕਤੀ ਜ਼ਖਮੀ ਹੋ ਗਏ ਨੇ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਅੱਜ ਦੁਪਹਿਰ 1 ਵਜੇ ਬੇਵਿਊ ਦੇ ਉੱਤਰ ਦੇ ਬਲੂਅਰ ਸਟਰੀਟ ਦੇ ਐਗਜ਼ਿਟ ਉੱਤੇ ਵਾਪਰਿਆ। ਪੁਲਿਸ ਅਨੁਸਾਰ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ, ਪਰ ਨਾਲ ਹੀ ਬੈਠੀ ਸਵਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅਮਲੇ ਵੱਲੋਂ ਗਾਰਡਰੇਲ ਦੀ ਮੁਰੰਮਤ ਕੀਤੇ ਜਾਣ ਕਾਰਨ ਇਸ ਇਲਾਕੇ ਵਿੱਚ ਥੋੜੀ ਦੇਰ ਲਈ ਆਵਾਜਾਈ ਬੰਦ ਰਹੇਗੀ। ਗੱਲ ਕਰਦੇ ਹਾਂ ਕੈਨੇਡਾ ਦੀ, ਜਿੱਥੇ ਕੈਨੇਡਾ ਭਰ ਦੇ ਵਿੱਚ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਆ ਰਹੀਆਂ ਰਿਪੋਰਟਾਂ ਚਿੰਤਾ ਦਾ ਵਿਸ਼ਾ ਨੇ। ਸਮੇਂ-ਸਮੇਂ ਤੇ ਇਸ ਸੰਬੰਧੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਸਰਕਾਰ ਵੱਲੋਂ ਜਾਗਰੂਕਤਾ ਵੀ ਪੈਦਾ ਕੀਤੀ ਜਾਂਦੀ ਹੈ, ਪਰ GTA ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ ਜੋ ਕਿ ਕਾਫੀ ਚਿੰਤਾ ਵਿੱਚ ਹੈ। GTA ਖੇਤਰ ਦੀਆਂ ਪੁਲਿਸ ਫੋਰਸਿਸ COVID-19 ਮਹਾਮਾਰੀ ਦੇ ਤੂਫਾਨ ਤੋਂ ਬਾਅਦ ਘਰੇਲੂ ਹਿੰਸਾ ਦੀਆਂ ਘਟਨਾਵਾਂ ਦੇ ਮਹੱਤਵਪੂਰਨ ਵਾਧਾ ਦੀ ਰਿਪੋਰਟਾਂ ਕਰ ਰਹੀਆਂ ਨੇ। ਟੋਰਾਂਟੋ ਪੁਲਿਸ ਨੇ ਇਸ ਸਾਲ 16,070 ਘਰੇਲੂ ਮੁੱਦਿਆਂ ਨਾਲ ਸੰਬੰਧਿਤ ਕਾਲਾਂ ਵਿੱਚ ਸ਼ਿਰਕਤ ਕੀਤੀ ਹੈ, ਜੋ ਕਿ ਪਿਛਲੇ ਸਾਲ 2019 ਤੋਂ 300 ਦੇ ਕਰੀਬ ਨੇ। ਪੀਲ ਪੁਲਿਸ ਰਿਪੋਰਟ ਕਰ ਰਹੀ ਹੈ ਬਰੈਂਪਟਨ ਤੇ ਮਿਸੀਸਾਗਾ ਨਿਵਾਸੀਆਂ ਤੋਂ ਘਰੇਲੂ ਹਿੰਸਾ ਦੀਆਂ 1,200 ਵਧੇਰੇ ਕਾਲਾਂ ਆਈਆਂ ਸਨ। ਟੋਰਾਂਟੋ, ਪੀਲ, ਡਰਹਮ, ਯਾਰਕ ਅਤੇ ਹਾਲਟਨ ਪੁਲਿਸ ਨੂੰ ਇਸ ਸਾਲ ਪਰਿਵਾਰ ਅਤੇ ਭਾਈਵਾਲ ਹਿੱਸਾ ਦੀਆਂ 40,770 ਤੋਂ ਵੱਧ ਘਟਨਾਵਾਂ ਵਿੱਚ ਸ਼ਾਮਲ ਹੋਣਾ ਪਿਆ ਸੀ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਪ੍ਰੋਵਿੰਸ ਲਈ ਲਗਾਤਾਰ ਇਨਵੈਸਟਮੈਂਟ ਕੀਤੀਆਂ ਜਾ ਰਹੀਆਂ ਨੇ, ਜਿਸ ਲਈ ਉਹਨਾਂ ਨੇ ਸੂਬੇ ਦੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਤੇ COVID-19 ਨਾਲ ਨਜਿੱਠਣ ਲਈ ਦਿੱਤੇ ਗਏ ਫੰਡਾਂ ਦਾ ਵਿਸਥਾਰ ਵਿੱਚ ਵੇਰਵਾ ਦਿੱਤਾ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਲੌਂਗ ਟਰਮ ਕੇਅਰ ਸੈਂਟਰਾਂ, ਹੈਲਥ ਕੇਅਰ ਸਿਸਟਮ, ਸਕੂਲਾਂ ਲਈ ਕਈ ਬਿਲੀਅਨ ਡਾਲਰ ਦਾ ਫੰਡ ਨਿਵੇਸ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਫੋਰਡ ਨੇ ਪ੍ਰੋਵਿੰਸ ਸਰਕਾਰ ਵੱਲੋਂ ਹੋਰ ਪ੍ਰੋਜੈਕਟਾਂ ਦੇ ਭਵਿੱਖ ਵਿੱਚ ਕੀਤੇ ਜਾਣ ਵਾਲੀ ਨਿਵੇਸ਼ ਬਾਰੇ ਵੀ ਜਾਣਕਾਰੀ ਦਿੱਤੀ ਹੈ।
Over the past 8 months, our government has made massive investments in response to COVID-19. We gave our partners every tool and resource. $50 million to improve HVAC and ventilation in our schools. Over $60 million to help long-term care homes renovate and improve infection prevention and control. And we provided our municipal partners with over $500 million to help protect vulnerable populations, including homeless shelters, women's shelters, and food banks. It has truly been a team effort right across our province, but the job is far from over. Today, we are sending in more reinforcements, and I am pleased to announce that we are launching applications for the all-new COVID-19 Resilience Stream. This new federal provincial funding stream will make more than $1 billion, and I repeat that, $1 billion available for municipalities, Indigenous communities, long-term care homes, schools, and daycare centers, and many other community projects. That's over $1 billion to get shovels in the ground on critical infrastructure that will help communities stop COVID-19 in its tracks and build for the future. The construction of these projects will create hundreds of jobs, support local businesses and suppliers, and improve quality of life for so many people. The projects will vary depending on the need. Projects like retrofits, repairs and upgrades for municipal buildings like fire halls and police stations, improving ventilation and HVAC systems in long-term care homes and schools, making renovations that will improve physical distancing in shelters and recreation centers. ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੀ ਨੇ ਕਿਹਾ ਕਿ ਪ੍ਰੋਵਿੰਸ ਸਰਕਾਰ ਦੀ ਬਿਲੀਅਨ ਡਾਲਰਾਂ ਦੀ ਇਨਵੈਸਟਮੈਂਟ ਕਰਕੇ ਹੀ ਪੂਰੇ ਪ੍ਰੋਵਿੰਸ ਨੂੰ ਵਧੀਆ ਸਹੂਲਤਾਂ ਮਿਲੀਆਂ ਨੇ। ਉਹਨਾਂ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਪ੍ਰੋਵਿੰਸ ਸਰਕਾਰ ਨੇ ਕਰੋਨਾ ਦੇ ਇਸ ਨਾਜ਼ੁਕ ਦੌਰ ਦੇ ਵਿੱਚ ਵੱਡੀਆਂ ਇਨਵੈਸਟਮੈਂਟ ਕੀਤੀਆਂ ਨੇ। ਇਸ ਤੋਂ ਇਲਾਵਾ ਅਧਿਆਪਕਾਂ ਦੀ ਬੱਚਿਆਂ ਲਈ ਅਤੇ ਸਕੂਲਾਂ ਦੀ ਸੁਰੱਖਿਆ ਵਧਾਉਣ ਲਈ $700 ਮਿਲੀਅਨ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। Well, thank you, Minister Scott. Today, our government is taking another major step forward to ensure that our schools remain safe. We are fully funding our plan, over $1.3 billion of investment. We lead this nation with the most comprehensive protocol and with the most amount of investment flowing to protect our schools. And today, we're taking a major step forward, $700 million of new investment to ensure we further support the safety of our schools and our kids. This investment is going to help us improve HVAC and air quality. It's going to help us retrofit and build repairs within elementary and secondary schools, as well as in our child care centers. The money is going to flow quickly. We're going to work very hard with our school boards to ensure that the monies flow from the federal government, which is why we are ensuring that this process will be seamless. We are committed to stepping up our investment every step of the way, as we have done ably through this pandemic. And we are grateful for our frontline staff, our teachers and our doctors and our nurses and our EAs and principals, everyone, including our parents, doing everything they can to mitigate the risk. This investment is going to build on that and again ensure that in this province, we continue to keep all kids and all staff safe in the province of Ontario. Look, when it comes to the safety of children and vulnerable components of our society and our communities, we have to be very clear. There has to be absolute compliance with the protocols set out by the Chief Medical Officer, local public health, given that the province, that this government funded the training for health and safety of every single educator, including supply teachers in the province, on these protocols. We all have a duty to uphold them. And so largely, overwhelmingly, we're seeing, I think, educators and staff and students uphold their responsibilities in wearing masks and distancing, washing their hands. But when there are these types of circumstances, it's obviously important for parents, for their accountability, and for the safety of their kids that the Ministry of Labour takes action, which they have done in this instance. And we're going to continue to provide continuous training and continue to make the case to everyone within our schools to follow public health advice, especially when given a recommendation to stay home because of symptoms or because of a positive case. In these instances, it's obviously totally unacceptable, and I can appreciate why that parent would be very displeased. And that's why we're continuing to step up training and making sure that the health protocols are well known to every staff member within our school boards.
ਕੈਨੇਡਾ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਥੈਰੇਸਾ ਨੇ CPHO ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਦੇ ਵਿੱਚ ਉਹਨਾਂ ਵੱਲੋਂ ਜਨਤਕ ਸਿਹਤ ਦੀ ਸਥਿਤੀ ਬਾਰੇ ਦਸਤਾਵੇਜ਼ ਸੌਂਪੇ ਗਏ ਨੇ। ਇਸ ਦੁਆਰਾ ਜਨਤਕ ਸਿਹਤ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਜਨਤਕ ਸਿਹਤ ਦੇ ਮੁੱਦਿਆਂ ਬਾਰੇ ਚਰਚਾ ਕੀਤੀ ਜਾ ਚੁੱਕੀ ਹੈ। Pleased to share with you my annual report on the state of public health in Canada. It was tabled this morning in Parliament by Minister Hajdu and is called From Risk to Resilience, an Equity Approach to COVID-19. I deliver an annual report on the state of public health in Canada every fall as a requirement of my role. At every press conference, I report on the latest COVID-19 cases so Canadians can better understand the scale and trajectory of the pandemic in our country. While statistics are important, we must not forget that behind each number is a person. That person may be an elder and have health conditions and living in a long-term care home, or is someone struggling to make ends meet, or is someone living with homelessness. Others have lost their jobs or are on the front lines, putting them at direct risk of infection. These are people that have been disproportionately impacted by this pandemic. And through my annual report, I'm shedding a light on the inequities too many people have and continue to face. The impacts of COVID-19 in this country have been worsened by systems that stigmatize populations through racism, ageism, sexism, and others who have been marginalized through structural or social factors such as homelessness. Reports from around the world show there is a real difference in who gets COVID-19 and how severe their illness is. These differences are not random, but fall along the lines of populations that have historically experienced health and social inequities. ਕੰਜ਼ਰਵੇਟਿਵ ਆਗੂ ਐਰਨ ਓਟੂਲ ਨੇ ਹਾਊਸ ਆਫ ਕਾਮਨਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਾ ਪਾਇਆ। ਉਹਨਾਂ ਨੇ ਕਿਹਾ ਹੈ ਕਿ ਪ੍ਰੋਕੋਮੈਂਟ ਮਿਨਿਸਟਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਵੈਂਟੀਲੇਟਰ ਮਾਮਲਿਆਂ ਵਿੱਚ ਕੋਈ ਵੀ ਡੀਲ ਨਹੀਂ ਕੀਤੀ, ਜਦਕਿ ਇਹ ਕਿਹਾ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਸਮਝੌਤਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੈਂਟੀਲੇਟਰ ਮਾਮਲੇ ਵਿੱਚ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੀ ਹੈ, ਜਿਸ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣਾ ਪੱਖ ਰੱਖਿਆ। Mr. Speaker, the procurement minister told this House that the government did not have a deal for ventilators with their Liberal friend Frank Baylis, but she forgot to add that Baylis is a partner in the deal. Baylis makes the ventilators. In fact, the ventilators are called the Baylis ventilator, Mr. Speaker. Will the Prime Minister ask his former MP, Frank Baylis, to change the name of the Baylis ventilator so that his minister did not mislead this House? The Right Honourable Prime Minister. Mr. Speaker, from day one, we engaged Canadians across the country to step up in their businesses, to contribute to the efforts we all knew we needed to do to deliver, including many former politicians and known partisan supporters stepped up across the country, like all Canadians. One well-known conservative businessman named Rick Jameson stepped up because he was a successful auto parts manufacturer and wanted to contribute to the efforts we made to deliver ventilators. He reached out, contracted to Baylis Medical because they could deliver the parts that would help him deliver ventilators. Our agreement with the government, as a government, is with FTI, Rick Jameson's. ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਟੋਰਾਂਟੋ ਦੇ ਅੰਦਰ ਕਰੋਨਾ ਮਹਾਮਾਰੀ ਆਊਟਬ੍ਰੇਕਸ ਬਾਰੇ ਚਾਨਣਾ ਪਾਇਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਲੇ ਦੁਆਲੇ ਵਿੱਚ ਕਰੋਨਾ ਵਾਇਰਸ ਦਾ ਪ੍ਰਭਾਵ ਵੇਖ ਰਹੇ ਹਾਂ। ਸਾਡੇ ਗੁਆਂਢੀ ਸ਼ਹਿਰਾਂ ਵਿੱਚੋਂ ਕਈਆਂ ਵਿੱਚ ਇਸ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ। ਉਹਨਾਂ ਨੇ ਕਿਹਾ ਕਿ ਲੰਘੇ ਹਫ਼ਤੇ ਇੱਥੇ ਕਰੋਨਾ ਦੇ ਕਈ ਪੋਜ਼ਿਟਿਵ ਕੇਸ ਵੇਖੇ ਗਏ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਅਸੀਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ। Well, we're all feeling the effects of the pandemic in some way. We know there are neighborhoods in our city where some of our more vulnerable residents are being hit harder by this virus. Over the past few weeks, we've seen the number of positive COVID-19 cases drastically increase, especially in the northwest part of the city. Since the beginning of the pandemic, we've been working hard along with local councillors, especially the councillors in the northwest part of the city, to ensure that residents are aware of what they can do to help us slow the spread of the virus, and just as importantly, to make sure that those residents continue to have access to the information, to the services, and to the resources that they need during this particularly challenging time for them and for the area of the city in which they live. Today, Dr. Davila will be delivering an update on what public health is doing to help fight this virus in the Northwest. The government of the City of Toronto itself is also working to make sure that it is doing everything it can to help residents, of course, across the city, but especially
in areas where we know there is increased spread of the virus, like in the northwest part of the city. For example, while the city doesn't administer COVID-19 testing or process the results, we are working to support community health centers conducting provincial testing where we can, and that means particularly in the northwest. We have worked to make sure that we find ways to make city space available to community health centers and Ontario Health for COVID-19 pop-up testing sites in that Rexdale and Black Creek part of the city, or for that matter, any other place where a particular location can make a positive difference in terms of accessibility to testing. ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਦੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਅਮਰੀਕਾ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਹ ਕੈਨੇਡਾ ਲਈ ਅਹਿਮ ਹੋਵੇਗਾ। ਟੋਰਾਂਟੋ ਗਲੋਬਲ ਫੋਰਮ ਸਾਹਮਣੇ ਦਿੱਤੇ ਗਏ ਵਰਚੁਅਲ ਭਾਸ਼ਣ ਵਿੱਚ ਫਰੀਲੈਂਡ ਨੇ ਆਖਿਆ ਕਿ ਪ੍ਰਧਾਨ ਮੰਤਰੀ ਟਰੂਡੋ ਪਹਿਲਾਂ ਵੀ ਇਹ ਆਖ ਚੁੱਕੇ ਨੇ ਕਿ 3 ਨਵੰਬਰ ਨੂੰ ਅਮਰੀਕਾ ਵਿੱਚ ਹੋਣ ਜਾ ਰਹੀਆਂ ਚੋਣਾਂ ਦਾ ਜੋ ਵੀ ਨਤੀਜਾ ਨਿਕਲੇਗਾ ਉਸ ਬਾਰੇ ਫੈਡਰਲ ਸਰਕਾਰ ਪਹਿਲਾਂ ਤੋਂ ਹੀ ਹਰ ਪੱਖ ਦੇ ਨਜ਼ਰੀਏ ਨਾਲ ਤਿਆਰੀ ਕਰ ਰਹੀ ਹੈ। ਫਰੀਲੈਂਡ ਨੇ ਇਹ ਵੀ ਆਖਿਆ ਕਿ ਉਹ ਕੈਨੇਡੀਅਨਸ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੀ ਹੈ ਕਿ ਜਿਵੇਂ ਅਸੀਂ 2016 ਵਿੱਚ ਸਾਵਧਾਨੀ ਨਾਲ ਤਿਆਰੀ ਕੀਤੀ ਸੀ ਉਸੇ ਤਰ੍ਹਾਂ ਹੀ ਅਸੀਂ ਇਸ ਵਾਰੀ ਵੀ ਚੋਣਾਂ ਦੇ ਸੰਭਾਵੀ ਨਤੀਜਿਆਂ ਬਾਰੇ ਤਿਆਰੀ ਕਰ ਰਹੇ ਹਾਂ। ਫਰੀਲੈਂਡ ਨੇ ਆਖਿਆ ਕਿ ਜਿਵੇਂ ਕਿ ਅਸੀਂ ਪਿਛਲੇ 4 ਸਾਲਾਂ ਵਿੱਚ ਕਰਦੇ ਆਏ ਹਾਂ ਉਸੇ ਹੀ ਤਰ੍ਹਾਂ ਅਸੀਂ ਅੱਗੇ ਵੀ ਇਸ ਰਿਸ਼ਤੇ ਨੂੰ ਨਿਭਾਉਣਾ ਜਾਰੀ ਰੱਖਾਂਗੇ। ਫਿਰ ਭਾਵੇਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੇ ਜਾਂ ਫਿਰ ਡੈਮੋਕ੍ਰੈਟਿਕ ਉਮੀਦਵਾਰ ਜੋ ਬਾਈਡਨ ਜਿੱਤਣ। ਗੱਲ ਕਰਦੇ ਹਾਂ ਸਰੀ ਦੀ, ਜਿੱਥੇ 35 ਕਿਲੋਮੀਟਰ ਦੂਰ ਐਪਟਸਫੋਰਡ ਸ਼ਹਿਰ ਵਿੱਚ 21 ਸਾਲਾ ਪੰਜਾਬੀ ਨੌਜਵਾਨ ਗੁਰਕਿਰਤ ਸਿੰਘ ਤੁਰ ਵਿਰੁੱਧ ਇੱਕ ਡਰਾਈਵਰ ਤੇ ਪਿਸਤੌਲ ਤਾਣ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਐਪਟਸਫੋਰਡ ਪੁਲਿਸ ਦੇ ਮੁਤਾਬਕ 21 ਸਾਲਾ ਗੁਰਕਿਰਤ ਸਿੰਘ ਤੂਰ ਕਾਰ ਕਿਰਾਏ ਤੇ ਲਿਜਾ ਰਿਹਾ ਸੀ ਅਤੇ ਉਸਨੇ ਟਾਊਨ ਲਾਈਨ ਰੋਡ ਅਤੇ ਸਾਊਦਰਨ ਡਰਾਈਵ ਨੇੜੇ ਇੱਕ ਕਾਰ ਡਰਾਈਵ ਤੇ ਪਿਸਤੌਲ ਤਾਣ ਦਿੱਤੀ। ਪਿਸਤੌਲ ਵੇਖ ਕੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕਿਰਤ ਤੁਰ ਨੇ ਕੰਟਰੋਲ ਨੂੰ ਗਵਾ ਦਿੱਤਾ। ਉਸ ਦੀ ਜਿਹੜੀ ਗੱਡੀ ਇੱਕ ਮਕਾਨ ਦੀ ਕੰਧ ਤੇ 2 ਖੜੀਆਂ ਗੱਡੀਆਂ ਵਿੱਚ ਜਾ ਵੱਜੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ 2019 ਵਿੱਚ ਉਸ ਨੂੰ 3 ਸਾਥੀਆਂ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ਵੱਲੋਂ ਨਕਦੀ ਸਮੇਤ ਉਹਨਾਂ ਦੇ ਕੋਲੋਂ ਨਸ਼ੀਲੇ ਪਦਾਰਥ ਵੀ ਮਿਲੇ ਸਨ। ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।